ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਦੀ 13 ਤੋਂ ਲੈ ਕੇ 18 ਆਇਤਾਂ ਤੱਕ ਦੇ ਵਚਨਾਂ ਉੱਤੇ ਗੌਰ ਕੀਤਾ। ਇਹਨਾਂ ਵਚਨਾਂ ਦੇ ਰਾਹੀਂ ਅਸੀਂ ਵੇਖਿਆ ਕਿ ਸ਼ਦਰਕ, ਮੇਸ਼ਕ ਅਤੇ ਓਬੇਦਨਗੋ ਨੂੰ ਰਾਜਾ ਨਬੁਕਦਨੇਸਰ ਹੁਕਮ ਦਿੰਦਾ ਹੈ ਕਿ ਉਹ ਉਹਦੀ ਬਣੀ ਹੋਈ ਮੂਰਤ ਦੇ ਅੱਗੇ ਝੁਕ ਕੇ ਉਹਦੀ ਸਜਦਾ ਕਰਨ, ਪਰ ਉਹ ਤਿੰਨੋਂ ਉਹਦਾ ਵਿਰੋਧ ਕਰਦੇ ਹਨ ਅਤੇ ਮੂਰਤ ਦੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੰਦੇ ਹਨ, ਜਿਸ ਦੇ ਪਰਿਣਾਮ ਸਵਰੂਪ ਉਹਨਾਂ ਨੂੰ ਬਲਦੀ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਮਨੁੱਖ ਨਾਲੋਂ ਪਰਮੇਸ਼ਰ ਦੀ ਆਗਿਆ ਨੂੰ ਮੰਨਣਾ ਭਲਾ ਹੈ ਦੋਸਤੋ, ਕਿਉਂਕਿ ਉਹ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦੇ ਸਨ। ਇਸ ਕਰਕੇ ਉਹ ਰਾਜਾ ਨਬੁਕਦਨੇਸਰ ਨੂੰ ਇਨਕਾਰ ਕਰ ਸਕੇ। ਉਹਨਾਂ ਦਾ ਹੌਸਲਾ ਕਾਬਿਲੇ ਤਾਰੀਫ ਸੀ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਦੀ 19 ਆਇਤ ਤੋਂ ਲੈ ਕੇ 30 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਅੱਜ ਅਸੀਂ ਈਸ਼ਵਰੀ ਸੰਭਾਲ ਬਾਰੇ ਜਾਣਾਂਗੇ। ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਈਸ਼ਵਰੀ ਸੰਭਾਲ, ਇਸ ਦੇ ਵਿੱਚ ਅਸੀਂ ਵੇਖਾਂਗੇ ਉਹਨਾਂ ਦੇ ਛੁਡਾਏ ਜਾਣ ਦੀ ਲਿਖਤ, ਰਾਜੇ ਦਾ ਕ੍ਰੋਧ, ਰਾਜੇ ਦਾ ਕੰਮ, ਰਾਜੇ ਦੀ ਹੈਰਾਨੀ, ਰਾਜੇ ਦਾ ਸੱਚਾਈ ਨਾਲ ਸਹਿਮਤ ਹੋਣ ਦਾ ਪ੍ਰਗਟਾਵਾ, ਰਾਜੇ ਦਾ ਐਲਾਨ। ਇਸ ਦੇ ਵਿੱਚ ਅਸੀਂ ਅੱਗੇ ਵੇਖਾਂਗੇ ਉਹਨਾਂ ਦੇ ਛੁਡਾਉਣ ਦੇ ਕਾਰਨ। ਪਹਿਲਾ, ਪਰਮੇਸ਼ਵਰ ਦੇ ਵੱਲ ਸੰਪੂਰਨ ਸਮਰਪਣ। ਦੂਜਾ, ਪਰਮੇਸ਼ਵਰ ਵਿੱਚ ਸੰਪੂਰਨ ਭਰੋਸਾ, ਪਰਮੇਸ਼ਵਰ ਲਈ ਸੰਪੂਰਨ ਹੌਸਲਾ। ਇਸ ਤੋਂ ਬਾਅਦ ਆਪਾਂ ਦੇਖਾਂਗੇ ਪਰਮੇਸ਼ਵਰ ਦੇ ਸੰਪੂਰਨ ਚੇਤਨਾ, ਉਹਨਾਂ ਦੇ ਛੁਡਾਏ ਜਾਣ ਦੇ ਨਤੀਜੇ। ਉਹਨਾਂ ਦੇ ਵੈਰੀਆਂ ਨੂੰ ਸਜ਼ਾ ਦਿੱਤੀ ਗਈ ਸੀ, ਉਹਨਾਂ ਦੇ ਬੰਧਨ ਖੋਲ੍ਹੇ ਗਏ ਸੀ, ਉਹਨਾਂ ਦੇ ਦਿਲ ਉਤਸ਼ਾਹਿਤ ਕੀਤੇ ਗਏ ਸਨ, ਉਹਨਾਂ ਦੇ ਜੀਵਨ ਸੁਰੱਖਿਅਤ ਬਣਾਏ ਗਏ ਸੀ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ ਅਤੇ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਈਸ਼ਵਰੀ ਸੰਭਾਲ, ਦਾਨੀਏਲ 3 ਅਧਿਆਏ 19 ਵਚਨ ਤੋਂ ਲੈ ਕੇ 30 ਵਚਨਾਂ ਤੱਕ। ਭਾਗ ਊੜਾ, ਉਹਨਾਂ ਦੇ ਛੁਡਾਏ ਜਾਣ ਦੀ ਲਿਖਤ। ਨੰਬਰ 1, ਰਾਜੇ ਦਾ ਕ੍ਰੋਧ। ਨੰਬਰ 2, ਰਾਜੇ ਦਾ ਕੰਮ। ਨੰਬਰ 3, ਰਾਜੇ ਦੀ ਹੈਰਾਨੀ। ਨੰਬਰ 4, ਰਾਜੇ ਦਾ ਸੱਚਾਈ ਨਾਲ ਸਹਿਮਤ ਹੋਣ ਦਾ ਪ੍ਰਗਟਾਵਾ। ਨੰਬਰ 5, ਰਾਜੇ ਦਾ ਐਲਾਨ। ਭਾਗ ਊੜਾ, ਉਹਨਾਂ ਦੇ ਛਡਾਉਣ ਦੇ ਕਾਰਨ। ਨੰਬਰ 1, ਪਰਮੇਸ਼ਰ ਵੱਲ ਸੰਪੂਰਨ ਸਮਰਪਣ। ਨੰਬਰ 2, ਪਰਮੇਸ਼ਰ ਵਿੱਚ ਸੰਪੂਰਨ ਭਰੋਸਾ। ਨੰਬਰ 3, ਪਰਮੇਸ਼ਰ ਲਈ ਸੰਪੂਰਨ ਹੌਸਲਾ। ਨੰਬਰ 4, ਪਰਮੇਸ਼ਰ ਦੀ ਸੰਪੂਰਨ ਚੇਤਨਾ। ਭਾਗ ਈੜੀ, ਉਹਨਾਂ ਦੇ ਛਡਾਉਣ ਜਾਣ ਦੇ ਨਤੀਜੇ। ਨੰਬਰ 1, ਉਹਨਾਂ ਦੇ ਵੈਰੀਆਂ ਨੂੰ ਸਜ਼ਾ ਦਿੱਤੀ ਗਈ ਸੀ। ਨੰਬਰ 2, ਉਹਨਾਂ ਦੇ ਬੰਧਨ ਖੋਲ੍ਹੇ ਗਏ ਸਨ। ਨੰਬਰ 3, ਉਹਨਾਂ ਦੇ ਦਿਲ ਉਤਸ਼ਾਹਿਤ ਕੀਤੇ ਗਏ ਸਨ। ਨੰਬਰ 4, ਉਹਨਾਂ ਦੇ ਜੀਵਨ ਦੀ ਸੁਰੱਖਿਆ ਬਣਾਏ ਗਏ ਸਨ। ਨੰਬਰ 5, ਉਹਨਾਂ ਦਾ ਪਰਮੇਸ਼ਰ ਉੱਚਾ ਕੀਤਾ ਗਿਆ ਸੀ। ਨੰਬਰ 6, ਉਹਨਾਂ ਦਾ ਪ੍ਰਭਾਵ ਵਧਾਇਆ ਗਿਆ ਸੀ। ਕੁਝ ਸਾਲ ਪਹਿਲਾਂ ਕਿਸੇ ਨੇ ਮੇਰੀ ਪਛਾਣ ਇੱਕ ਚੀਜ਼ ਨਾਲ ਕਰਾਈ ਜਿਸ ਨੂੰ ਪੌਣ ਚੱਕੀ ਵਰਗੇ ਲੱਛਣਾਂ ਦਾ ਰੋਗ ਕਰਕੇ ਆਖਿਆ ਜਾਂਦਾ ਹੈ। ਕੀ ਆਪ ਜਾਣਦੇ ਹੋ ਕਿ ਇਹ ਕੀ ਹੈ? ਜੀ ਹਾਂ, ਆਪ ਇਹ ਜਾਣ ਜਾਓਗੇ। ਇਹ ਉਹ ਹੈ ਜੋ ਆਪ ਨਾਲ ਉਦੋਂ ਵਰਤਦਾ ਹੈ ਜਦੋਂ ਆਪ ਬੁੱਢੇ ਹੋ ਜਾਂਦੇ ਹੈ। ਮੇਰੇ ਦੋਸਤ ਦੇ ਅਨੁਸਾਰ ਇਹ ਪੌਣ ਚੱਕੀ ਦੇ ਲੱਛਣ ਵਾਲਾ ਰੋਗ ਇੱਕ ਪੌਣ ਚੱਕੀ ਨੂੰ ਲਗਾਏ ਗਏ ਬਲੇਡਾਂ ਦੀ ਤਰ੍ਹਾਂ ਹੁੰਦਾ ਹੈ ਅਤੇ ਆਪ ਇਹਨਾਂ ਬਲੇਡਾਂ ਦੇ ਕੋਲ ਖੜੇ ਰਹੇ ਹੁੰਦੇ ਹੋ। ਇੱਕ ਬਲੇਡ ਤੁਹਾਡੇ ਨਾਲ ਟਕਰਾਉਂਦਾ ਹੈ ਅਤੇ ਆਪ ਬਸ ਇਹੋ ਹੀ ਵੇਖ ਰਹੇ ਹੁੰਦੇ ਹੋ ਕਿ ਉਸ ਤੋਂ ਕਿਵੇਂ ਪਰੇ ਹੋ ਕੇ ਬਚਣਾ ਹੈ, ਜਦੋਂ ਕਿ ਇੱਕ ਹੋਰ ਬਲੇਡ ਤੁਹਾਡੇ ਨਾਲ ਆ ਟਕਰਾਉਂਦਾ ਹੈ ਅਤੇ ਤੁਹਾਨੂੰ ਦੁਬਾਰਾ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਇਹ ਇਸੇ ਤਰ੍ਹਾਂ ਹੋਣਾ ਜਾਰੀ ਰੱਖਦਾ ਹੈ। ਅਤੇ ਜਿੰਨਾ ਜ਼ਿਆਦਾ ਆਪ ਬਜ਼ੁਰਗ ਹੁੰਦੇ ਜਾਂਦੇ ਹੋ, ਉਨੀ ਹੀ ਜ਼ਿਆਦਾ ਤੇਜ਼ ਉਹ ਪੌਣ ਚੱਕੀ ਘੁੰਮਦੀ ਜਾਂਦੀ ਹੈ। ਮੈਂ ਨਹੀਂ ਜਾਣਦਾ ਜੇਕਰ ਆਪ ਨੇ ਇਸ ਬਾਰੇ ਗੌਰ ਕੀਤਾ ਹੈ, ਪਰ ਇਹ ਸੱਚ ਹੀ ਹੈ। ਜਿਉਂ-ਜਿਉਂ ਅਸੀਂ ਬਜ਼ੁਰਗ ਹੁੰਦੇ ਜਾਂਦੇ ਹਾਂ, ਸਮੱਸਿਆ ਦੇ ਬੰਧਨ ਦਾ ਝੁਕਾਅ ਬਣਿਆ ਰਹਿੰਦਾ ਹੈ। ਮੇਰੇ ਕੋਲ ਆਪ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਨਾਲ ਨਿਰਾਸ਼ ਕਰਨ ਦਾ ਹੌਸਲਾ ਨਹੀਂ ਹੈ।
ਆਪ ਨੂੰ ਪਤਾ ਹੈ, ਲੋਕ ਆਖਦੇ ਹਨ, ਜਦੋਂ ਆਪ ਬੁੱਢੇ ਹੋ ਜਾਂਦੇ ਹੋ ਤਦ ਇਸ ਦੇ ਤਿੰਨ ਚਿੰਨ੍ਹ ਹੁੰਦੇ ਹਨ: ਗੰਜਾਪਨ, ਮੋਟੇ ਚਸ਼ਮੇ ਅਤੇ ਪੈਰਾਂ ਦੇ ਅੰਗੂਠਿਆਂ ਦੀ ਸੋਜ। ਜੇਕਰ ਆਪ ਵੇਖੋ ਕਿ ਆਪ ਦੇ ਜੀਵਨ ਵਿੱਚ ਇਹਨਾਂ ਚੀਜ਼ਾਂ ਦਾ ਵਾਧਾ ਹੋ ਰਿਹਾ ਹੈ, ਤਦ ਇਸ ਬਿਮਾਰੀ ਦੇ ਲੱਛਣ ਪਹਿਲਾਂ ਹੀ ਆਰੰਭ ਹੋ ਚੁੱਕੇ ਹਨ। ਅਸਲ ਵਿੱਚ ਇਹ ਹੁਣ ਪੂਰੇ ਜੋਬਨ ਉੱਤੇ ਹੈ। ਮੈਂ ਆਪ ਨੂੰ ਇਸ ਤੋਂ ਇਲਾਵਾ ਇਸ ਦੇ ਬਾਰੇ ਹੋਰ ਜ਼ਿਆਦਾ ਕੁਝ ਨਹੀਂ ਦੱਸਣਾ ਚਾਹੁੰਦਾ ਕਿ ਇਹ ਇੱਕ ਚੀਜ਼ ਜਿਹੜੀ ਸਾਨੂੰ ਨੇਚਾ ਵਿੱਚ ਇਕੱਠਾ ਰੱਖਦੀ ਹੈ, ਉਹ ਹੈ ਸਾਡੇ ਸਾਰਿਆਂ ਲਈ ਸਮੱਸਿਆਵਾਂ ਹਨ। ਕਿ ਇਹ ਸੱਚ ਨਹੀਂ ਹੈ ਅਤੇ ਸਾਡੇ ਵਿੱਚੋਂ ਹਰੇਕ ਕੋਲ ਸਮੱਸਿਆਵਾਂ ਹਨ। ਇਹ ਇੱਕ ਚੀਜ਼ ਹੈ ਜਿਸ ਵਿੱਚ ਅਸੀਂ ਨਿਸ਼ਚਿੰਤ ਹੋ ਸਕਦੇ ਹਾਂ। ਇਸ ਵਿੱਚ ਅਸੀਂ ਏਕੇ ਵਿੱਚ ਹਾਂ। ਸਾਡੇ ਸਾਰਿਆਂ ਕੋਲ ਸਮੱਸਿਆਵਾਂ ਹਨ। ਪਰਮੇਸ਼ਰ ਦੀ ਬਾਣੀ ਬਾਰੇ ਬਹੁਤ ਵੱਡੀ ਗੱਲ ਇਹ ਹੈ ਕਿ ਇਹ ਸਾਨੂੰ ਸਿਖਾਉਂਦੀ ਹੈ ਕਿ ਸਮੱਸਿਆਵਾਂ ਨਾਲ ਕਿਵੇਂ ਨਿਪਟਣਾ ਹੈ। ਇਹ ਉਹਨਾਂ ਨੂੰ ਦੂਰ ਨਹੀਂ ਲੈ ਜਾਂਦੀ, ਇਹ ਤਾਂ ਸਾਨੂੰ ਇਹ ਦਿਖਾਉਂਦੀ ਹੈ ਕਿ ਉਹਨਾਂ ਨਾਲ ਕਿਵੇਂ ਨਿਪਟੀਦਾ ਹੈ। ਇਹੋ ਹੀ ਹੈ ਜੋ ਬਾਣੀ ਦੇ ਇਸ ਭਾਗ ਵਿੱਚ ਸਿੱਖਣ ਜਾ ਰਹੇ ਹਾਂ। ਈਸ਼ਵਰੀ ਸੰਭਾਲ, ਦਾਨੀਏਲ 3 ਅਧਿਆਏ 19 ਵਚਨ ਤੋਂ ਲੈ ਕੇ 30 ਵਚਨਾਂ ਤੱਕ। ਜੇਕਰ ਮੈਂ ਪਿੱਛੇ ਜਾ ਕੇ ਆਪ ਨੂੰ ਇਸ ਅਧਿਆਏ ਦੀ ਰੂਪ-ਰੇਖਾ ਜਲਦੀ ਦੱਸਾਂ ਤਦ ਇਹ ਇਸ ਤਰ੍ਹਾਂ ਹੈ। ਸਮਰਪਣ ਸਮਾਰੋਹ, 1 ਵਚਨ ਤੋਂ ਲੈ ਕੇ 3 ਵਚਨਾਂ ਤੱਕ। ਹੁਕਮ ਦਾ ਐਲਾਨ, 4 ਤੋਂ 7 ਐਤਾਂ ਚਲਾਕ ਸਜ਼ਾ, 8 ਤੋਂ 12 ਐਤ ਪ੍ਰਤੱਖ ਵਿਰੋਧਤਾ, 13 ਤੋਂ 18 ਐਤਾਂ। ਅਤੇ ਹੁਣ ਅਸੀਂ ਈਸ਼ਵਰੀ ਸੰਭਾਲ ਕੋਲ ਆਉਂਦੇ ਹਾਂ, ਜਿਸ ਦਾ ਜ਼ਿਕਰ 19 ਵਚਨ ਤੋਂ ਲੈ ਕੇ 30 ਵਚਨਾਂ ਵਿੱਚ ਕੀਤਾ ਗਿਆ ਹੈ। ਪਰਮੇਸ਼ਰ ਕਿਵੇਂ 3 ਯਹੂਦੀਆਂ ਨੂੰ ਵੱਡੀ ਸਮੱਸਿਆ ਵਿੱਚੋਂ ਕੱਢਦਾ ਹੈ। ਹੁਣ ਜਦੋਂ ਅਸੀਂ ਇਸ ਉੱਤੇ ਗੌਰ ਕਰਦੇ ਹਾਂ, ਮੈਂ ਚਾਹੁੰਦਾ ਹਾਂ ਕਿ ਅਸੀਂ 3 ਕੰਮ ਕਰੀਏ। ਸਭ ਤੋਂ ਪਹਿਲਾਂ ਉਹਨਾਂ ਦੇ ਛਡਾਉਣ ਦੀ ਲਿਖਤ ਉੱਤੇ ਗੌਰ ਕਰੀਏ। ਦੂਸਰਾ ਕੰਮ ਉਹਨਾਂ ਦੇ ਛਡਾਉਣ ਦੇ ਕਾਰਨ ਅਤੇ ਤੀਸਰਾ ਹੈ ਉਹਨਾਂ ਦੇ ਛੁਟਕਾਰੇ ਦੇ ਨਤੀਜੇ। ਅਸੀਂ ਵਚਨ ਦੇ ਇਸ ਭਾਗ ਅਤੇ ਇਸ ਕਹਾਣੀ ਵਿੱਚੋਂ ਬਹੁਤ ਜਲਦੀ ਗੁਜ਼ਰਨ ਜਾ ਰਹੇ ਹਾਂ ਅਤੇ ਫਿਰ ਅਸੀਂ ਇਸ ਕਹਾਣੀ ਵਿੱਚੋਂ ਖਾਸ ਸਬਕਾਂ ਨੂੰ ਸਿੱਖਣ ਜਾ ਰਹੇ ਹਾਂ ਜੋ ਸਾਡੇ ਵਾਸਤੇ ਉਪਲਬਧ ਹਨ। ਭਾਗ ਊੜਾ, ਉਹਨਾਂ ਦੇ ਛੁਟਕਾਰੇ ਦੀ ਲਿਖਤ। ਸਭ ਤੋਂ ਪਹਿਲਾਂ ਉਹਨਾਂ ਦੇ ਛੁਟਕਾਰੇ ਦੀ ਲਿਖਤ। ਨੰਬਰ 1, ਰਾਜੇ ਦਾ ਕ੍ਰੋਧ। 19 ਐਤ ਦੇ ਠੀਕ ਆਰੰਭ ਵਿੱਚ ਰਾਜੇ ਦੇ ਕ੍ਰੋਧ ਬਾਰੇ ਗੌਰ ਕਰੋ। ਤਦ ਨਬੂਕਦਨੇਜ਼ਰ ਨੇ ਆਪਣੇ ਆਪ ਵਿੱਚ ਤੌ ਖਾਧਾ ਅਤੇ ਉਹਦੇ ਮੂੰਹ ਦਾ ਰੰਗ ਬਦਲ ਗਿਆ। ਬਾਬਲ ਵਿੱਚ ਸਿਰਫ ਇੱਕ ਹੀ ਚੀਜ਼ ਸੀ ਜੋ ਉਸ ਅੱਗ ਦੀ ਭੱਠੀ ਦੀ ਤਪਸ਼ ਨਾਲੋਂ ਵੱਧ ਤਪਦੀ ਸੀ ਅਤੇ ਉਹ ਸੀ ਨਬੂਕਦਨੇਜ਼ਰ। ਉਹ ਬਹੁਤ ਗਰਮ ਸੀ, ਉਹ ਕ੍ਰੋਧਵਾਨ ਸੀ। ਅਸਲ ਵਿੱਚ ਬਾਈਬਲ ਬਾਣੀ ਆਖਦੀ ਹੈ ਕਿ ਉਸ ਦੇ ਮੂੰਹ ਦਾ ਰੰਗ ਬਦਲ ਗਿਆ ਸੀ, ਜੋ ਕਿ ਬਾਈਬਲ ਦੇ ਇਸ ਤਰ੍ਹਾਂ ਆਖਣ ਨਾਲੋਂ ਜਰਾ ਵੀ ਵੱਧ ਨਹੀਂ ਹੈ ਕਿ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਸੀ। ਉਹ ਤਾਂ ਪਾਗਲ ਨਹੀਂ ਅਤੇ ਉਸ ਦਾ ਚਿਹਰਾ ਬਹੁਤ ਕ੍ਰੋਧ ਵਾਲਾ ਸੀ। ਇਹੋ ਹੀ ਹੈ ਜੋ ਸੱਚਮੁੱਚ ਇਸ ਦਾ ਅਰਥ ਹੁੰਦਾ ਹੈ। ਅਤੇ ਉਸ ਦਾ ਚਿਹਰਾ ਪੂਰੀ ਤਰ੍ਹਾਂ ਵਿਗੜ ਗਿਆ ਸੀ ਅਤੇ ਉਹ ਪਾਗਲ ਹੋ ਚੁੱਕਾ ਸੀ। ਆਪ ਗੌਰ ਕਰੋ ਕਿ ਉਸ ਦਾ ਘਮੰਡ ਕਾਇਲ ਕੀਤਾ ਗਿਆ ਸੀ। ਉਸ ਦੀ ਇੱਛਾ ਦੀ ਉਲੰਘਣਾ ਕੀਤੀ ਗਈ ਸੀ। ਇਹਨਾਂ 3 ਨੌਜਵਾਨ ਮਨੁੱਖਾਂ ਦੇ ਦੁਆਰਾ ਉਸ ਦੀ ਸਰਬ-ਉੱਚਤਾ ਅਤੇ ਉਸ ਦੇ ਇਖਤਿਆਰ ਦੀ ਅਣਦੇਖੀ ਕੀਤੀ ਗਈ ਸੀ। ਨਬੂਕਦਨੇਜ਼ਰ ਨੇ ਉਹਨਾਂ ਦੇ ਵਿਰੋਧ ਬਦਲਾ ਲੈਣ ਦਾ ਇਰਾਦਾ ਕਰ ਲਿਆ ਸੀ। ਉਸ ਦੀ ਬੇਅਦਬੀ ਕਰਨ ਦੇ ਕਾਰਨ ਉਹ ਹੁਣ ਉਹਨਾਂ ਨਾਲ ਕਠੋਰਤਾ ਨਾਲ ਨਿਪਟਣ ਜਾ ਰਿਹਾ ਸੀ। ਹੁਣ ਆਪ ਨਬੂਕਦਨੇਜ਼ਰ ਬਾਰੇ ਇੱਕ ਗੱਲ ਸਿੱਖਦੇ ਹੋ ਜੋ ਘਮੰਡੀ ਅਗੂਆਂ ਬਾਰੇ ਹਮੇਸ਼ਾ ਸੱਚ ਹੀ ਹੁੰਦੀ ਹੈ ਅਤੇ ਉਹ ਹੈ ਉਹ ਗੁੱਸੇਖੋਰ ਹੁੰਦੇ ਹਨ। ਅਤੇ ਦੂਸਰੀ ਗੱਲ, ਉਹ ਹਮੇਸ਼ਾ ਹੀ ਸ੍ਰੇਸ਼ਟਤਾ ਵਾਲੇ ਮਨੁੱਖ ਹੁੰਦੇ ਹਨ। ਗੌਰ ਕਰੋ ਕਿ ਇਹ ਨਬੂਕਦਨੇਜ਼ਰ ਪ੍ਰਸ਼ੰਸਾ ਵਾਲਾ ਇੱਕ ਮਨੁੱਖ ਹੈ। ਉਸ ਨੂੰ ਸਭ ਤੋਂ ਵੱਡੀ ਮੂਰਤ ਤਿਆਰ ਕਰਨੀ ਪਈ ਜੋ ਕਦੇ ਵੀ ਉਸਾਰੀ ਗਈ ਹੋਵੇ। ਇਹ ਸਭ ਤੋਂ ਉੱਚੀ ਹੋਣੀ ਸੀ ਅਤੇ ਫਿਰ ਇਸ ਨੂੰ ਸੋਨੇ ਦੇ ਨਾਲ ਢੱਕਿਆ ਜਾਣਾ ਸੀ ਤਾਂ ਕਿ ਇਸ ਨੂੰ ਸਭ ਤੋਂ ਸੁੰਦਰ ਅਤੇ ਸਭ ਤੋਂ ਵੱਧ ਕੀਮਤੀ ਬਣਾਇਆ ਜਾਵੇ। ਅਤੇ ਫਿਰ ਜਦੋਂ ਉਸ ਦੇ ਲੋਕਾਂ ਦਾ ਇਕੱਠ ਬੁਲਾਇਆ ਤਦ ਉਸ ਨੇ ਆਮ ਸਧਾਰਨ ਲੋਕ ਨਹੀਂ ਸੀ ਬੁਲਾਏ। ਉਸ ਨੇ ਅਮੀਰਾਂ ਅਤੇ ਸਾਰੇ ਉੱਚੇ ਦਰਜੇ ਦੇ ਲੋਕਾਂ ਨੂੰ ਸਮਰਪਣ ਸਮਾਰੋਹ ਲਈ ਬੁਲਾਇਆ ਸੀ, ਕਿਉਂਕਿ ਜੇਕਰ ਆਪ ਘਮੰਡ ਨਾਲ ਭਰੇ ਹੋਏ ਹੋਵੋ ਤਦ ਆਪ ਇਸੇ ਤਰ੍ਹਾਂ ਹੀ ਕਰਦੇ ਹੋ। ਫਿਰ ਜਦੋਂ ਉਸ ਨੇ ਉਹਨਾਂ ਲਈ ਸਜ਼ਾ ਦਾ ਐਲਾਨ ਕੀਤਾ ਜੋ ਆਗਿਆ ਦਾ ਪਾਲਣ ਨਹੀਂ ਸੀ ਕਰਨ ਜਾ ਰਹੇ ਅਤੇ ਉਸ ਨੇ ਉਸ ਸਜ਼ਾ ਦਾ ਹੁਕਮ ਦਿੱਤਾ ਜੋ ਸੰਭਵ ਤੌਰ ਤੇ ਸਭ ਤੋਂ ਵੱਡੀ ਹੋਵੇ, ਉਸ ਦੀ ਸੋਚ ਵਿੱਚ ਹੋਵੇ ਅਤੇ ਉਹ ਸੀ ਅੱਗ ਦੀ ਭੱਠੀ ਵਿੱਚੋਂ ਜਿਉਂਦਿਆਂ ਨੂੰ ਸਜ਼ਾ ਦੇਣਾ। ਅਤੇ ਫਿਰ ਜੇਕਰ ਇਹ ਕਾਫੀ ਨਹੀਂ ਸੀ
ਤਦ ਉਸ ਨੇ ਆਖਿਆ ਸੀ ਕਿ ਜੋ ਆਪ ਤੌਰ ਤੇ ਸਭ ਤੋਂ ਜ਼ਿਆਦਾ ਅੱਗ ਦੀ ਭੱਠੀ ਗਰਮ ਕੀਤੀ ਜਾਂਦੀ, ਉਸ ਨਾਲੋਂ 7 ਗੁਣਾ ਹੋਰ ਗਰਮ ਕਰੋ। ਨਬੂਕਦਨਜ਼ਰ ਇੱਕ ਸ੍ਰੇਸ਼ਟਾਈ ਵਾਲਾ ਮਨੁੱਖ ਸੀ। ਉਸ ਨੂੰ ਸਭ ਤੋਂ ਵੱਧ ਗਰਮ ਭੱਠੀ, ਸਭ ਤੋਂ ਵੱਡੀ ਮੂਰਤ, ਸਭ ਤੋਂ ਵੱਧ ਪ੍ਰਭਾਵਸ਼ਾਲੀ ਮਨੁੱਖ ਰਖਾਏ ਗਏ ਸਨ। ਉਸ ਨੇ ਜੋ ਕੁਝ ਵੀ ਕੀਤਾ ਸੀ ਉਹ ਸਰਬ ਉੱਤਮ ਹੋਣਾ ਸੀ। ਉਸ ਦਾ ਕ੍ਰੋਧ ਤਾਂ ਬਸ ਉਬਲ ਰਿਹਾ ਸੀ। ਨੰਬਰ 2, ਰਾਜੇ ਦਾ ਕੰਮ। ਇਹ ਸਾਨੂੰ ਹੁਣ ਰਾਜੇ ਦੇ ਕੰਮ ਕੋਲ ਲਿਆਉਂਦਾ ਹੈ, ਜੋ 19 ਐਤ ਦੇ ਦੂਸਰੇ ਭਾਗ ਤੋਂ ਆਰੰਭ ਹੁੰਦਾ ਹੈ। ਤਾਂ ਉਹਨਾਂ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤੌ ਦਿਓ, ਅਤੇ ਉਹਨੇ ਆਪਣੀ ਫੌਜ ਵਿੱਚੋਂ ਤਕੜੇ ਭਲਵਾਨਾਂ ਨੂੰ ਹੁਕਮ ਕੀਤਾ ਸੀ, ਸਦਰਕ, ਮੇਸ਼ਕ ਤੇ ਅਬਦਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ। ਤਦ ਉਹ ਆਦਮੀ ਆਪਣੇ ਝੱਗਿਆਂ, ਘੁਟਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨੇ ਗਏ। ਹੁਣ ਇਹ ਰਾਜਾ, ਗੌਰ ਕਰੋ, ਕਿ ਆਪਣੇ ਦ੍ਰਿਸ਼ ਤੋਂ ਬਾਹਰ ਹੈ। ਉਹ ਤਾਂ ਸੋਚ ਵੀ ਨਹੀਂ ਰਿਹਾ, ਕਿਉਂਕਿ ਜੋ ਹੁਣ ਕਰਨਾ ਚਾਹੁੰਦਾ ਹੈ ਉਹ ਹੈ ਇਹਨਾਂ ਲਾਚਾਰਾਂ ਮੁੰਡਿਆਂ ਨੂੰ ਸਤਾਉਣਾ। ਅਤੇ ਜੇਕਰ ਆਪ ਸਤਾਉਣਾ ਚਾਹੁੰਦੇ ਹੋ ਤਦ ਆਪ ਭੱਠੀ ਨੂੰ ਇਸ ਦੇ ਦਸਤੂਰ ਨਾਲੋਂ 7 ਗੁਣਾ ਜ਼ਿਆਦਾ ਤੌ ਨੂੰ ਹੀ ਦਿੰਦੇ ਹੋ। ਆਪ ਤਾਂ ਬਸ ਉਸ ਭੱਠੀ ਨੂੰ ਇੰਨਾ ਕਾਫੀ ਗਰਵ ਹੀ ਕਰਦੇ ਹੋ ਕਿ ਉਹ ਹੌਲੀ ਹੌਲੀ ਮਰ ਜਾਣ। ਮੇਰਾ ਭਾਵ ਹੈ ਕਿ ਇਸ ਤਰ੍ਹਾਂ ਦੀ ਗਰਮ ਭੱਠੀ ਵਿੱਚੋਂ ਜੋ ਇਸ ਵਿੱਚ ਸੁੱਟਣ ਵਾਲੇ ਭਲਵਾਨਾਂ ਨੂੰ ਸਾੜ ਸਿੱਟਦੀ ਹੈ। ਆਪ ਇਹ ਕਲਪਨਾ ਕਰ ਸਕਦੇ ਹੋ ਕਿ ਆਪ ਹਾਲਾਤਾਂ ਦੇ ਅਧੀਨ ਉਹ 3 ਯਹੂਦੀ ਜ਼ਿਆਦਾ ਦੇਰ ਨਹੀਂ ਸੀ ਟਿਕਣ ਲੱਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਣਾ ਕਿ ਕਿਹੜੀ ਚੀਜ਼ ਨੇ ਉਹਨਾਂ ਨੂੰ ਮਾਰਿਆ ਹੈ। ਜਿਉਂ ਹੀ ਅੱਗ ਨੇ ਉਹਨਾਂ ਨੂੰ ਛੂਹਣਾ ਸੀ ਤਦ ਉਹਨਾਂ ਨੇ ਉਸ ਵਕਤ ਭਸਮ ਹੋ ਜਾਣਾ ਸੀ। ਪਰ ਆਪ ਗੌਰ ਕਰੋ ਕਿ ਉਹ ਤਾਂ ਸੋਚ ਹੀ ਨਹੀਂ ਸੀ ਰਹੇ। ਉਹ ਇੰਨਾ ਜ਼ਿਆਦਾ ਪਾਗਲ ਸੀ ਕਿ ਉਹ ਨਿਯੰਤਰਣ ਖੋ ਚੁੱਕਾ ਸੀ। ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਉਹਨਾਂ ਨੂੰ ਭੱਠੀ ਦੇ ਅੰਦਰ ਸੁੱਟਿਆ ਜਾਵੇ। ਉਸ ਨੇ ਜੋ ਵੀ ਸਭ ਤੋਂ ਵੱਧ ਭਲਵਾਨ ਮਨੁੱਖ ਲੱਭ ਸਕਦਾ ਸੀ ਉਹਨਾਂ ਨੂੰ ਲੱਭ ਕੇ ਆਖਿਆ, ਉਹਨਾਂ ਨੂੰ ਬੰਨ੍ਹ ਲਓ। ਅਸੀਂ ਜਾਣਦੇ ਹਾਂ ਕਿ ਉਸ ਜ਼ਮਾਨੇ ਵਿੱਚ ਜੋ ਭੱਠੀ ਉਸਾਰੀ ਜਾਂਦੀ ਸੀ ਉਹ ਇੱਕ ਵੱਡੀ, ਵਿਚਕਾਰੋਂ ਵੱਡੇ ਆਸਾਰ ਦੀ ਚੀਜ਼ ਹੁੰਦੀ ਸੀ, ਜੋ ਕਿ ਉੱਪਰੋਂ ਵੱਡਾ ਖੁੱਲ੍ਹਾ ਮੂੰਹ ਰੱਖਦੀ ਸੀ। ਭਲਵਾਨਾਂ ਨੇ ਉਹਨਾਂ ਨੂੰ ਪਕੜ ਕੇ ਬੰਨ੍ਹ ਲਿਆ। ਗੌਰ ਕਰੋ ਕਿ ਉਹਨਾਂ ਨੇ ਕਿੰਨੀ ਅੱਛੀ ਪੁਸ਼ਾਕ ਪਾਈ ਹੋਈ ਸੀ। ਆਪ ਜਾਣਦੇ ਹੋ ਕਿ ਉਹ ਇਸ ਪਾਰਟੀ ਵਿੱਚ ਆਪਣੀਆਂ ਸਭ ਤੋਂ ਉੱਤਮ ਪੁਸ਼ਾਕਾਂ ਵਿੱਚ ਆਏ ਸਨ। ਉਹ ਇਹ ਜਾਣਦੇ ਸਨ ਕਿ ਇਹ ਵੱਡਾ ਜਸ਼ਨ ਹੈ, ਇਸ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਿਆਰੀ ਕਰਕੇ ਪੁਸ਼ਾਕ ਪਾਈਆਂ ਸਨ। ਮੈਂ ਸੋਚਦਾ ਹਾਂ ਕਿ ਇਹ ਉਹਨਾਂ ਯਹੂਦੀ ਲੜਕਿਆਂ ਬਾਰੇ ਕੁਝ ਆਖਦਾ ਹੈ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਉਹ ਮੱਥਾ ਟੇਕਣ ਨਹੀਂ ਸੀ ਜਾ ਰਹੇ, ਉਹ ਆਪਣੀ ਨਾਫਰਮਾਨੀ ਦਾ ਦਿਖਾਵਾ ਨਹੀਂ ਸੀ ਕਰਨਾ ਚਾਹੁੰਦੇ। ਇਸ ਕਰਕੇ ਜੋ ਵੀ ਉਹ ਮੰਨ ਸਕਦੇ ਸਨ ਉਹਨਾਂ ਨੇ ਮੰਨਿਆ। ਸ਼ਾਇਦ ਉਹਨਾਂ ਵਾਸਤੇ ਇਸ ਪਾਰਟੀ ਲਈ ਖਾਸ ਕਿਸਮ ਦੀ ਵਰਦੀ ਠਹਿਰਾਈ ਗਈ ਸੀ। ਹੁਣ ਉਹ ਸਾਰੇ ਆਪਣੇ ਅੱਛੇ ਕੱਪੜੇ ਪਹਿਨੀ ਆਉਂਦੇ ਹਨ। ਇਹ ਭਲਵਾਨ ਉਹਨਾਂ ਨੂੰ ਪੂਰੀ ਤਰ੍ਹਾਂ ਬੰਨ੍ਹ ਲੈਂਦੇ ਹਨ ਅਤੇ ਉਹ ਉਹਨਾਂ ਇਸ ਵੱਡੀ ਅੱਗ ਦੀ ਭੱਠੀ ਦੇ ਮੂੰਹ ਕੋਲ ਲੈ ਜਾਂਦੇ ਹਨ, ਜੋ ਕਿ 7 ਗੁਣਾ ਵੱਧ ਤੌ ਨਾਲ ਗਰਮ ਕੀਤੀ ਗਈ ਹੈ। ਇਹ ਇੰਨੀ ਜ਼ਿਆਦਾ ਗਰਮ ਸੀ ਕਿ ਜਦੋਂ ਉਹਨਾਂ ਨੇ ਉਹਨਾਂ ਨੂੰ ਉੱਪਰ ਚੁੱਕਿਆ ਅਤੇ ਉਹਨਾਂ ਨੂੰ ਅੱਗ ਵਿੱਚ ਸੁੱਟਣ ਲਈ ਲੈ ਕੇ ਗਏ ਤਦ ਉਹ ਆਦਮੀ ਜਿਨ੍ਹਾਂ ਨੇ ਉਹਨਾਂ ਨੂੰ ਭੱਠੀ ਦੇ ਅੰਦਰ ਸੁੱਟਿਆ ਸੀ ਉਹ ਮਰ ਗਏ ਸਨ। ਨੰਬਰ 3, ਰਾਜੇ ਦੀ ਹੈਰਾਨੀ। ਠੀਕ ਹੈ, ਇਹ ਤਾਂ ਰਾਜੇ ਦਾ ਕਾਰਜ ਹੈ। ਹੁਣ 24 ਅਤੇ 25 ਐਤ ਵਿੱਚ ਮੈਂ ਚਾਹੁੰਦਾ ਹਾਂ ਕਿ ਆਪ ਤੀਸਰੀ ਗੱਲ ਰਾਜੇ ਦੀ ਹੈਰਾਨੀ ਬਾਰੇ ਗੌਰ ਕਰੋ। ਤਾਂ ਨਬੂਕਦਨਜ਼ਰ ਰਾਜਾ ਹੱਕਾ ਬੱਕਾ ਹੋ ਕੇ ਝੱਟ ਖਲੋ ਗਿਆ। ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਅਸਾਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੀ ਸੁੱਟਿਆ। ਉਹਨਾਂ ਨੇ ਉੱਤਰ ਦਿੱਤਾ ਕਿ ਹੇ ਰਾਜਾ, ਸੱਚ ਹੈ। ਤਾਂ ਉਸ ਨੇ ਉੱਤਰ ਦੇ ਕੇ ਆਖਿਆ, ਭਾਈ ਵੇਖੋ, ਮੈਂ 4 ਮਨੁੱਖਾਂ ਨੂੰ ਅੱਗ ਵਿੱਚ ਖੁੱਲ੍ਹੇ ਫਿਰਦਾ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ, ਅਤੇ ਚੌਥੇ ਦਾ ਸਰੂਪ ਦਿਉਤੇ ਦੇ ਪੁੱਤਰ ਦਾ ਹੈ। ਨੰਬਰ 4, ਰਾਜੇ ਦੀ ਸੱਚਾਈ ਨਾਲ ਸਹਿਮਤ ਹੋਣ ਦਾ ਪ੍ਰਗਟਾਵਾ। 26 ਤੋਂ ਲੈ ਕੇ 28 ਐਤਾਂ ਰਾਜੇ ਦੀ ਸੱਚਾਈ ਨਾਲ ਸਹਿਮਤ ਹੋਣ ਦਾ ਜ਼ਿਕਰ ਸਾਡੇ ਲਈ ਕਰਦੀਆਂ ਹਨ। ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਫਿਰ ਨਬੂਕਦਨਜ਼ਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸ਼ਦਰਕ ਤੇ ਅਬਦਨਗੋ ਤੇ ਮੇਸ਼ਕ, ਅਤ ਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲ ਕੇ ਇੱਧਰ ਆਓ। ਤਾਂ ਸਦਰਕ, ਮੇਸ਼ਕ ਤੇ ਅਬਦਨਗੋ ਅੱਗ ਵਿੱਚੋਂ ਨਿਕਲ ਕੇ ਆਏ ਅਤੇ ਸ਼ਹਿਜ਼ਾਦਿਆਂ ਦੇ ਦੀਵਾਨ ਸਰਦਾਰਾਂ ਤੇ ਰਾਜੇ ਤੇ ਸਲਾਹਕਾਰਾਂ ਨੇ
ਇਕੱਠ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵੀ ਬਸ ਨਹੀਂ ਸੀ ਚੱਲਿਆ। ਨਾ ਉਹਨਾਂ ਦੇ ਸਿਰ ਦੇ ਬਾਲ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲ ਦੀ ਬੋ ਆਉਂਦੀ ਸੀ। ਨਬੂਕਦਨਜ਼ਰ ਨੇ ਪੁਕਾਰ ਕੇ ਆਖਿਆ ਕਿ ਸਦਰਕ, ਮੇਸ਼ਕ ਤੇ ਅਬਦਨਗੋ ਦਾ ਪਰਮੇਸ਼ਰ ਮੁਬਾਰਕ ਹੋਵੇ, ਜਿਸ ਆਪਣੇ ਦੂਤ ਨੂੰ ਘੱਲਿਆ ਅਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ, ਜਿਨ੍ਹਾਂ ਨੇ ਉਹਦੇ ਉੱਤੇ ਨੇਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ, ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ਰ ਦੇ ਬਿਨਾਂ ਹੋਰ ਕਿਸੇ ਦਿਉਤਾ ਦੀ ਸੇਵਾ ਜਾਂ ਬੰਦਗੀ ਨਾ ਕਰਨ। ਦੂਸਰੇ ਸ਼ਬਦਾਂ ਵਿੱਚ ਉਹ ਉਹਨਾਂ ਦੇ ਪਰਮੇਸ਼ਰ ਦੇ ਨਾਲ ਸਹਿਮਤ ਹੋਇਆ ਸੀ। ਨੰਬਰ 5, ਰਾਜੇ ਦਾ ਐਲਾਨ। ਅਤੇ ਮੈਂ ਚਾਹੁੰਦਾ ਹਾਂ ਕਿ ਆਪ ਆਖਰ ਵਿੱਚ ਰਾਜੇ ਦੇ ਐਲਾਨ ਬਾਰੇ ਗੌਰ ਕਰੋ, ਜਿਸ ਦਾ ਜ਼ਿਕਰ ਦਾਨੀਏਲ ਨਬੀ ਦੀ ਪੁਸਤਕ 3 ਅਧਿਆਏ ਉਸ ਦੀਆਂ 29 ਤੋਂ 30 ਐਤਾਂ ਵਿੱਚ ਇਸ ਤਰ੍ਹਾਂ ਹੈ। ਇਸ ਕਰਕੇ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਜਾਂ ਭਾਖਿਆ ਸਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦਿਉਤਾ ਨਹੀਂ ਜਿਹੜਾ ਇਸ ਪ੍ਰਕਾਰ ਬਚਾ ਸਕੇ। ਫਿਰ ਤਾਂ ਰਾਜੇ ਨੇ ਸਦਰਕ, ਮੇਸ਼ਕ ਤੇ ਅਬਦਨਗੋ ਨੂੰ ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ ਅਤੇ 30 ਐਤ ਦੇ ਵਚਨ ਸਾਨੂੰ ਦੱਸਦੇ ਹਨ, ਉਸਨੇ ਉਹਨਾਂ ਨੂੰ ਉੱਚੇ ਦਰਜੇ ਲਈ ਤਰੱਕੀ ਬਖਸ਼ੀ। ਇਹ ਇਸ ਕਹਾਣੀ ਦੀ ਲਿਖਤ ਹੈ। ਜਿੰਨੀ ਵੀ ਸਰਲ ਹੋ ਸਕੇ, ਜਿੰਨੀ ਵੀ ਸਪਸ਼ਟ ਆਪ ਇਸ ਨੂੰ ਪੜ੍ਹ ਸਕੋ, ਇਹੋ ਹੀ ਹੈ ਇਸ ਦੀ ਰੂਪ ਕਥਾ। ਰਾਜੇ ਦਾ ਕ੍ਰੋਧ, ਰਾਜੇ ਦੇ ਕੰਮ, ਰਾਜੇ ਦੀ ਹੈਰਾਨੀ, ਰਾਜੇ ਦੀ ਸੱਚਾਈ ਨਾਲ ਸਹਿਮਤ ਹੋਣ ਦਾ ਪ੍ਰਗਟਾਵਾ ਅਤੇ ਰਾਜੇ ਦਾ ਐਲਾਨ। ਉਹਨਾਂ ਦੇ ਛਡਾਉਣ ਜਾਣ ਦੀ ਲਿਖਤ। ਭਾਗ ਐੜਾ, ਉਹਨਾਂ ਦੇ ਛੁਡਾਏ ਜਾਣ ਦਾ ਕਾਰਨ। ਜੀ ਹਾਂ, ਇਹ ਉਸ ਦਾ ਬਸ ਇੱਕ ਹਿੱਸਾ ਹੈ ਜਿਸ ਦਾ ਜ਼ਿਕਰ ਮੈਂ ਆਪ ਕੋਲ ਕਰਨ ਦੀ ਖੁਆਇਸ਼ ਰੱਖਦਾ ਹਾਂ। ਮੈਂ ਚਾਹੁੰਦਾ ਹਾਂ ਕਿ ਆਪ ਦੂਸਰੀ ਗੱਲ ਦੇ ਬਾਰੇ ਗੌਰ ਕਰੋ ਜੋ ਕਿ ਉਹਨਾਂ ਦੇ ਛਡਾਉਣ ਦੇ ਕਾਰਨ ਹਨ। ਇਹ 4 ਕਾਰਨ ਹਨ। ਨੰਬਰ 1, ਪਰਮੇਸ਼ਰ ਵੱਲ ਸੰਪੂਰਨ ਸਮਰਪਣ। ਉਹ ਅੱਗ ਵਿੱਚੋਂ ਕਿਵੇਂ ਛੁਡਾਏ ਗਏ ਸਨ? ਮੈਂ ਤੁਹਾਨੂੰ ਇਹ ਤਰਜੀਬ ਦੇਣੀ ਚਾਹਾਂਗਾ ਕਿ ਸਭ ਤੋਂ ਪਹਿਲਾਂ ਉਹ ਪਰਮੇਸ਼ਰ ਦੇ ਪ੍ਰਤੀ ਸੰਪੂਰਨ ਸਮਰਪਣ ਦੇ ਕਰਕੇ ਛੁਡਾਏ ਗਏ ਸਨ। ਗੌਰ ਕਰੋ ਜੋ ਕਿ ਪਿੱਛੇ 16 ਐਤ ਵਿੱਚ ਆਖਿਆ ਗਿਆ ਹੈ। ਤਾਂ ਸਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨਜ਼ਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ। ਮਸੀਹੀ ਜੀਵਨ ਵਿੱਚ ਸਫਲਤਾ ਦਾ ਭੇਦ ਹਮੇਸ਼ਾ ਹੀ ਰਿਹਾ ਹੈ ਅਤੇ ਹੁਣ ਵੀ ਹੈ, ਅਤੇ ਇਹ ਹਮੇਸ਼ਾ ਹੀ ਪਰਮੇਸ਼ਰ ਅਤੇ ਉਸ ਦੇ ਵਚਨ ਦੇ ਪ੍ਰਤੀ ਸੰਪੂਰਨ ਆਗਿਆਕਾਰੀ ਅਤੇ ਉਸ ਦੇ ਨਿਯਮ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਰਿਹਾ ਹੈ। ਉਹਨਾਂ ਨੇ ਆਖਿਆ ਹੈ, ਅਸੀਂ ਤੈਨੂੰ ਉਸ ਗੱਲ ਦਾ ਉੱਤਰ ਨਹੀਂ ਦੇਵਾਂਗੇ ਕਿ ਸਾਡਾ ਸੰਪੂਰਨ ਸਮਰਪਣ ਪਰਮੇਸ਼ਰ ਦੇ ਪ੍ਰਤੀ ਹੈ। ਅਸੀਂ ਜਾਣਦੇ ਹਾਂ ਉਸ ਨੇ ਕੀ ਆਖਿਆ ਹੈ। ਇਸ ਬਾਰੇ ਜ਼ਾਹਿਰ ਕਰਨ ਦੀ ਕੋਈ ਕਾਰਨ ਨਹੀਂ ਹੈ। ਇਸ ਮਾਮਲੇ ਵਿੱਚ ਅਸੀਂ ਤੇਰੇ ਨਾਲ ਕੋਈ ਗੱਲ ਨਹੀਂ ਕਰਨ ਜਾ ਰਹੇ। ਅਸੀਂ ਇਸ ਦੇ ਬਾਰੇ ਆਪ ਦੇ ਨਾਲ ਕੋਈ ਬਹਿਸ ਨਹੀਂ ਕਰਨਾ ਚਾਹੁੰਦੇ। ਅਸੀਂ ਜਾਣਦੇ ਹਾਂ ਕੀ ਕਰਨਾ ਹੈ ਅਤੇ ਅਸੀਂ ਇਹ ਇਸ ਕਰਕੇ ਕਰਨ ਜਾ ਰਹੇ ਹਾਂ ਕਿਉਂਕਿ ਸਾਡਾ ਸਮਰਪਣ ਪਰਮੇਸ਼ਰ ਵੱਲ ਹੈ। ਅਸੀਂ ਤਾਂ ਇਸ ਵੱਲ ਗੌਰ ਵੀ ਨਹੀਂ ਕਰਾਂਗੇ। ਇਸ ਦੇ ਉੱਤੇ ਗੱਲਬਾਤ ਨਹੀਂ ਕੀਤੀ ਜਾ ਸਕਦੀ। ਠੀਕ ਜਿਸ ਤਰ੍ਹਾਂ ਯਹੋਸ਼ੂਆ ਨੇ ਆਪਣੀ ਪੁਸਤਕ ਦੇ 24 ਅਧਿਆਏ ਵਿੱਚ ਪੁਰਾਣੇ ਨੇਮ ਵਿੱਚ ਆਖਿਆ ਸੀ, ਪਰ ਮੈਂ ਅਤੇ ਮੇਰਾ ਘਰਾਨਾ ਅਸੀਂ ਯਹੋਵਾ ਪਰਮੇਸ਼ਰ ਦੀ ਹੀ ਸੇਵਾ ਕਰਾਂਗੇ। ਮੈਂ ਜ਼ਬੂਰ ਦੀ ਪੋਥੀ ਵਿੱਚ ਇਸ ਹਫ਼ਤੇ ਇੱਕ ਵਚਨ ਪਾਇਆ ਸੀ ਜੋ ਕਿ ਮੈਂ ਸਾਰੇ ਨੌਜਵਾਨ ਲੋਕਾਂ ਨੂੰ ਦੇਣਾ ਚਾਹੁੰਦਾ ਹਾਂ, ਜਿਸ ਨੂੰ ਆਤਮਿਕ ਤੌਰ ਤੇ ਆਪ ਆਪਣੇ ਨਾਲ ਜੋੜੀ ਰੱਖ ਸਕਦੇ ਹੋ। ਮੈਂ ਇਸ ਨੂੰ ਜ਼ਬੂਰ 108 ਅਧਿਆਏ 57 ਦੇ ਵਚਨ ਵਿੱਚ ਪਾਇਆ ਸੀ ਅਤੇ ਮੈਂ ਪਰਮੇਸ਼ਰ ਦੇ ਸਮਰਪਣ ਨੂੰ ਪਾਉਣ ਲਈ ਆਪ ਲਈ ਸਿਫਾਰਿਸ਼ ਵਜੋਂ ਕਰਨਾ ਚਾਹਾਂਗਾ। ਜ਼ਬੂਰ 108 ਵਿੱਚ ਪਰਮੇਸ਼ਰ ਆਖਦਾ ਹੈ, ਭਜਨਕਾਰ ਆਖਦਾ ਹੈ, ਹੇ ਪਰਮੇਸ਼ਰ ਮੇਰਾ ਦਿਲ ਸ਼ਾਂਤ ਹੈ। ਜ਼ਬੂਰ 57 ਵਿੱਚ ਉਹ ਇਸ ਤਰ੍ਹਾਂ ਆਖਦਾ ਹੈ, ਮੇਰਾ ਮਨ ਟਿਕਿਆ ਹੋਇਆ ਹੈ। ਹੇ ਪਰਮੇਸ਼ਰ ਮੇਰਾ ਮਨ ਟਿਕਿਆ ਹੋਇਆ ਹੈ। ਇਸ ਦਾ ਅਰਥ ਹੁੰਦਾ ਹੈ ਕਿ ਉਸ ਦਾ ਦਿਲ ਕਿਸੇ ਵੀ ਹਰਕਤ ਦੇ ਲਈ ਕੋਈ ਸਥਾਨ ਨਹੀਂ ਸੀ ਅਤੇ ਉੱਥੇ ਪਰਮੇਸ਼ਰ ਦੇ ਪ੍ਰਤੀ ਸੰਪੂਰਨ ਸਮਰਪਣ ਪਾਇਆ ਜਾਂਦਾ ਸੀ। ਇਸ ਵਿੱਚ ਕਿਸੇ ਵੀ ਹਾਲਚਲ ਲਈ ਕੋਈ ਥਾਂ ਨਹੀਂ ਸੀ। ਇਹ ਇੱਕ ਸਥਿਰ ਦਿਲ ਸੀ। ਇਸ ਕਰਕੇ ਪਰਮੇਸ਼ਰ ਨੇ ਉਹਨਾਂ ਨੂੰ ਛੁਡਾਇਆ ਸੀ। ਉਹ 3 ਯਹੂਦੀ ਪੂਰੀ ਤਰ੍ਹਾਂ ਪਰਮੇਸ਼ਰ ਦੇ ਵੱਲ ਸਮਰਪਿਤ ਸਨ। ਨੰਬਰ 2, ਪਰਮੇਸ਼ਰ ਵਿੱਚ ਸੰਪੂਰਨ ਭਰੋਸਾ।
ਹੁਣ ਦੂਸਰੀ ਗੱਲ ਤੇ ਗੌਰ ਕਰੋ, ਉਹ ਪਰਮੇਸ਼ਰ ਵਿੱਚ ਸੰਪੂਰਨ ਭਰੋਸਾ ਰੱਖਦੇ ਸਨ। ਉਹਨਾਂ ਨੇ ਰਾਜੇ ਨੂੰ ਆਖਿਆ ਸੀ, ਸਾਡਾ ਪਰਮੇਸ਼ਰ ਤਪਦੀ ਅੱਗ ਦੀ ਭੱਠੀ ਵਿੱਚੋਂ ਸਾਨੂੰ ਛੁਡਾ ਸਕਦਾ ਹੈ। 17 ਐਤ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਇਸ ਸਥਿਤੀ ਵਿੱਚ ਸਾਡੀ ਦੇਖਭਾਲ ਕਰਨ ਦੇ ਯੋਗ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ ਕਿ ਉਹਨਾਂ ਨੇ ਇਹ ਜਾਣਿਆ ਸੀ ਕਿ ਪਰਮੇਸ਼ਰ ਦੀ ਇੱਛਾ ਇਸ ਤੋਂ ਭਿੰਨ ਹੋ ਸਕਦੀ ਹੈ, ਜੋ ਕਿ ਮਨ ਭਾਉਂਦੇ ਜਾਪਦੇ ਹਨ। ਪਰ ਉਹਨਾਂ ਨੇ ਆਪਣੀ ਖੁਦ ਦੀ ਆਗਿਆਕਾਰੀ ਨੂੰ ਪਰਮੇਸ਼ਰ ਦੇ ਉੱਤੇ ਉਹ ਕਰਦਿਆਂ ਥੋਪਿਆ ਨਹੀਂ ਸੀ, ਜੋ ਕਿ ਉਹਨਾਂ ਦੇ ਲਈ ਮਨ ਭਾਉਣਾ ਸੀ। ਉਹੀ ਹੈ ਜਿਸ ਦੇ ਵਿੱਚ ਅਸੀਂ ਪਿੱਛੇ ਰਹਿ ਜਾਂਦੇ ਹਾਂ। ਇਸ ਸਿਆਰ ਵਿੱਚ ਅਸੀਂ ਅਕਸਰ ਇਸ ਤਰ੍ਹਾਂ ਕਰਦੇ ਹਾਂ, ਹੇ ਪ੍ਰਭੂ, ਜੇਕਰ ਤੂੰ ਇਸ ਸਥਿਤੀ ਦੇ ਵਿੱਚੋਂ ਤੂੰ ਮੈਨੂੰ ਕੱਢ ਦੇਵੇਂ ਤਾਂ ਮੈਂ ਇਸ ਤਰ੍ਹਾਂ ਕਰਾਂਗਾ। ਜਾਂ ਫਿਰ ਹੇ ਪ੍ਰਭੂ, ਜੇਕਰ ਇਸ ਸਮੱਸਿਆ ਵਿੱਚ ਤੁਸੀਂ ਮੇਰੀ ਮਦਦ ਕਰੋ ਤਾਂ ਜੋ ਤੁਸੀਂ ਚਾਹੋ ਮੈਂ ਉਹੀ ਕਰਾਂਗਾ। ਹੇ ਪ੍ਰਭੂ, ਮੈਂ ਤੇਰੇ ਸੇਵਾ ਦੇ ਖੇਤਰ ਵਿੱਚ ਜਾਵਾਂਗਾ ਜੇਕਰ ਤੂੰ ਮੈਨੂੰ ਇਹ ਜਾਂ ਉਹ ਕਰਨ ਲਈ ਮਜਬੂਰ ਨਾ ਕਰੇ। ਪਰ ਇੱਥੇ ਉਹ ਲੋਕ ਸਨ ਜਿਨ੍ਹਾਂ ਦਾ ਸੰਪੂਰਨ ਭਰੋਸਾ ਪਰਮੇਸ਼ਰ ਵਿੱਚ ਸੀ। ਉਹਨਾਂ ਨੇ ਕੁਝ ਆਪਣੇ ਵੱਲੋਂ ਲਿਖਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਹਨਾਂ ਨੇ ਤਾਂ ਬਸ ਇਹ ਆਖਿਆ ਸੀ, ਹੇ ਪ੍ਰਭੂ, ਅਸੀਂ ਨਹੀਂ ਜਾਣਦੇ ਕਿ ਤੂੰ ਇਹ ਸਭ ਕਿਵੇਂ ਕਰਨ ਜਾ ਰਿਹਾ ਹਾਂ। ਅਸੀਂ ਤਾਂ ਨਿਸ਼ਚਿਤ ਤੌਰ ਤੇ ਇਹ ਵੀ ਨਹੀਂ ਜਾਣ ਸਕਦੇ ਕਿ ਤੂੰ ਕੀ ਕਰਨ ਜਾ ਰਿਹਾ ਹਾਂ, ਪਰ ਅਸੀਂ ਤਾਂ ਤੇਰੇ ਵਿੱਚ ਭਰੋਸਾ ਰੱਖਦੇ ਹਾਂ। ਸਾਨੂੰ ਭਰੋਸਾ ਹੈ ਕਿ ਤੂੰ ਉਹ ਸਭ ਕਰਨ ਦੇ ਯੋਗ ਹੈ ਜੋ ਕੁਝ ਕੀਤਾ ਜਾਣਾ ਚਾਹੀਦਾ ਹੈ, ਅਤੇ ਸਾਨੂੰ ਤੇਰੀ ਯੋਗਤਾ ਉੱਤੇ ਪੂਰਾ ਭਰੋਸਾ ਹੈ। ਸਤੌ ਦੇ ਦਿਨਾਂ ਦੇ ਵਿੱਚ ਕਿਸੇ ਨੇ ਇੱਕ ਸ਼ਹੀਦ ਦੇ ਬਾਰੇ ਇਸ ਤਰ੍ਹਾਂ ਆਖਿਆ ਸੀ, ਮੈਂ ਇੱਕ ਸ਼ਹੀਦ ਨੂੰ ਲਟਕਦਿਆਂ ਵੇਖਿਆ। ਅੱਗ ਦੀਆਂ ਲਾਈਟਾਂ ਉਸ ਦੇ ਹੌਸਲੇ ਨੂੰ ਹਿਲਾ ਨਹੀਂ ਸੀ ਸਕੀਆਂ, ਨਾ ਹੀ ਮੌਤ ਉਸ ਦੀ ਜਾਨ ਨੂੰ ਹੈਰਾਨ ਕਰ ਸਕੀ ਸੀ। ਮੈਂ ਉਸ ਨੂੰ ਪੁੱਛਿਆ, ਇਹ ਤੇਰਾ ਸਾਰਾ ਬਲ ਤੈਨੂੰ ਕਿੱਥੋਂ ਦਿੱਤਾ ਗਿਆ ਸੀ? ਉਸ ਨੇ ਫਤਿਹਮੰਦ ਹੋ ਕੇ ਆਕਾਸ਼ ਵੱਲ ਤੱਕਿਆ ਅਤੇ ਉੱਤਰ ਦਿੱਤਾ ਕਿ ਮਸੀਹ ਸਭ ਕੁਝ ਹੈ। ਠੀਕ ਇਹੋ ਹੀ ਹੈ। ਇਸ ਦੇ ਨਾਲ ਹੋਰ ਕੋਈ ਮੇਲ ਖਾਣ ਵਾਲਾ ਜਾਂ ਇਸ ਦੇ ਲਾਗੇ ਢੁਕਣ ਵਾਲਾ ਹੋਰ ਕੋਈ ਨਹੀਂ ਹੈ। ਇਹ ਤਾਂ ਸੰਪੂਰਨ ਅਤੇ ਪਰਮੇਸ਼ਰ ਦੀ ਯੋਗਤਾ ਵਿੱਚ ਪੂਰਾ ਭਰੋਸਾ ਹੈ। ਪਰਮੇਸ਼ਰ ਨੇ ਉਹਨਾਂ ਨੂੰ ਛੁਡਾਇਆ ਸੀ। ਨੰਬਰ 3, ਪਰਮੇਸ਼ਰ ਦੇ ਲਈ ਸੰਪੂਰਨ ਹੌਸਲਾ। ਤੀਸਰੀ ਗੱਲ ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ, ਸਿਰਫ ਪਰਮੇਸ਼ਰ ਵਿੱਚ ਉਹਨਾਂ ਦੇ ਸੰਪੂਰਨ ਭਰੋਸੇ ਬਾਰੇ ਹੀ ਨਹੀਂ, ਇਸ ਦੇ ਨਾਲ ਪਰਮੇਸ਼ਰ ਦੇ ਪ੍ਰਤੀ ਉਹਨਾਂ ਵਿੱਚ ਸੰਪੂਰਨ ਹੌਸਲਾ ਵੀ ਸੀ। 18 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਨਹੀਂ ਤਾਂ ਹੇ ਮਹਾਰਾਜਾ, ਤੈਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤੇ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਹੁਣ ਯਾਦ ਰੱਖੋ, ਜਦੋਂ ਕਿ ਅਸੀਂ ਪਹਿਲੇ ਅਤੇ ਦੂਸਰੇ ਅਧਿਆਏ ਦਾ ਅਧਿਐਨ ਕਰਨ ਜਾ ਰਹੇ ਹਾਂ, ਤਦ ਅਸੀਂ ਦਾਨੀਏਲ ਦੇ ਨਾਲ ਇੱਕ ਇਹੋ ਜਿਹੀ ਸਥਿਤੀ ਦੇ ਬਾਰੇ ਨਿਪਟ ਰਹੇ ਸੀ ਜਦੋਂ ਉਸ ਨੂੰ ਰਾਜੇ ਦੇ ਭੋਜ ਵਿੱਚੋਂ ਖਾਣ ਲਈ ਆਖਿਆ ਗਿਆ ਸੀ। ਉਸ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕੀਤਾ ਸੀ ਅਤੇ ਮੈਂ ਉਦੋਂ ਤੁਹਾਨੂੰ ਆਖਿਆ ਸੀ, ਖਾਸ ਤੌਰ ਤੇ ਨੌਜਵਾਨ ਲੋਕਾਂ ਨੂੰ, ਕਿ ਜਦੋਂ ਵੀ ਪਰਮੇਸ਼ਰ ਸਾਨੂੰ ਕੁਝ ਅਜਿਹਾ ਕਰਨ ਲਈ ਦਿੰਦਾ ਹੈ ਜੋ ਕਿ ਮੁਸ਼ਕਲ ਹੋਵੇ, ਤਦ ਹਮੇਸ਼ਾ ਹੀ ਇਸ ਨੂੰ ਨਾ ਕਰਨ ਦੇ ਲਈ ਸਾਡੇ ਕੋਲ ਬਹੁਤ ਸਾਰੇ ਕਾਰਨ ਦੀ ਸੂਚੀ ਹੁੰਦੀ ਹੈ। ਇਹ ਹਮੇਸ਼ਾ ਹੀ ਸਾਡੇ ਲਈ ਉਪਲਬਧ ਹੁੰਦੇ ਜਾਪਦੇ ਹਨ। ਜਦੋਂ ਸਾਨੂੰ ਕੋਈ ਮੁਸ਼ਕਲ ਕੰਮ ਸੌਂਪਿਆ ਜਾਂਦਾ ਹੈ, ਤਦ ਇਹ ਉਹਨਾਂ ਕਾਰਨਾਂ ਦੀ ਇੱਕ ਸੂਚੀ ਹੁੰਦੀ ਹੈ ਜੋ ਕਿ ਇਸ ਦੇ ਲਈ ਨਹੀਂ ਹੋਣੀ ਚਾਹੀਦੀ। ਭਾਵੇਂ ਪਰਮੇਸ਼ਰ ਨੇ ਸਾਨੂੰ ਇਸ ਨੂੰ ਕਰਨ ਦੇ ਲਈ ਆਖਿਆ ਹੋਵੇ। ਬਸ ਇੱਕ ਪਲ ਦੇ ਲਈ ਇਹਨਾਂ 3 ਇਬਰਾਨੀ ਬੱਚਿਆਂ ਦੇ ਬਾਰੇ ਸੋਚੋ। ਦਾਨੀਏਲ ਸ਼ਹਿਰ ਤੋਂ ਬਾਹਰ ਸੀ। ਅਸੀਂ ਨਹੀਂ ਜਾਣਦੇ ਉਹ ਕਿੱਥੇ ਸੀ। ਅਸੀਂ ਤਾਂ ਬਸ ਇਹ ਜਾਣਦੇ ਹਾਂ ਕਿ ਉਹ 3 ਅਧਿਆਏ ਵਿੱਚ ਨਹੀਂ ਪਾਇਆ ਜਾਂਦਾ। ਇੱਕ ਵਾਰ ਵੀ ਉਸ ਦਾ ਜ਼ਿਕਰ ਨਹੀਂ ਆਉਂਦਾ। ਜ਼ਿਆਦਾਤਰ ਜੋ ਗਿਆਨੀ ਹਨ ਉਹ ਇਸ ਗੱਲ ਨਾਲ ਸਹਿਮਤ ਸਨ ਕਿ ਉਹ ਰਾਜੇ ਦੇ ਕੰਮ ਬਾਰੇ ਬਾਹਰ ਗਿਆ ਹੋਇਆ ਸੀ, ਇਸ ਲਈ ਉਹ ਇੱਥੇ ਉਹਨਾਂ ਨੂੰ ਇੱਕ ਬੁਰਾ ਸਮਾਂ ਬਖਸ਼ਣ ਦੇ ਲਈ ਨਹੀਂ ਸੀ। ਜੇਕਰ ਉਹ ਕੋਈ ਗਲਤ ਕੰਮ ਕਰਨ ਲੱਗ ਗਏ ਸਨ, ਉਹ ਉਸ ਭਿਆਨਕ ਸਜ਼ਾ ਨੂੰ ਜਾਣਦੇ ਸਨ ਜੋ ਉਹਨਾਂ ਨੂੰ ਦਿੱਤੀ ਜਾਣ ਵਾਲੀ ਸੀ। ਸੱਚਮੁੱਚ ਪਰਮੇਸ਼ਰ ਉਹਨਾਂ ਤੋਂ ਇਹ ਆਸ ਨਹੀਂ ਕਰੇਗਾ ਕਿ ਉਹ ਇੱਕ ਇਹੋ ਜਿਹੀ ਭਿਆਨਕ ਮੌਤ ਦੇ ਲਈ ਆਪਣੀਆਂ ਜ਼ਿੰਦਗੀਆਂ ਨੂੰ ਛੱਡ ਦੇਣ। ਕਾਫੀ ਕੁਝ ਹੁਣ ਹੋ ਚੁੱਕਾ ਹੈ। ਉਹ ਇੱਕ ਇਹੋ ਜਿਹੀ ਸਥਿਤੀ ਵਿੱਚ ਸਨ ਜਿੱਥੇ ਕਿ ਉਹਨਾਂ ਦੇ ਕੋਲ ਬਾਬਲ ਦੀ ਪਾਤਸ਼ਾਹੀ ਦੀ ਵਿਰਾਸਤ ਅਤੇ ਅਮੀਰਾਂ ਦੀ ਸੰਗਤ ਵਿੱਚ ਜੁੜਨ ਦਾ ਉਹਨਾਂ ਕੋਲ ਇੱਕ ਮਹਾਨ ਮੌਕਾ ਸੀ। ਉਹਨਾਂ ਨੇ ਰਾਜੇ ਦੀ ਬੇਅਬਦੀ ਕੀਤੀ। ਇਸ ਤਰ੍ਹਾਂ ਜਾਪਦਾ ਹੈ ਕਿ ਹੁਣ ਉਹਨਾਂ ਨੂੰ ਤਰੱਕੀ ਨਹੀਂ ਦਿੱਤੀ ਜਾਵੇਗੀ, ਪਰ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਸੀ। ਕਿ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ, ਹੋ ਸਕਦਾ ਹੈ ਕਿ ਉਹ ਲੋਕ ਕੁਝ ਨੌਕਰੀਆਂ ਉਹਨਾਂ ਨੂੰ ਬਖਸ਼ਣ ਅਤੇ ਕੁਝ ਅਹੁਦੇ ਉਹਨਾਂ ਨੂੰ ਬਖਸ਼ੇ ਗਏ ਸਨ।
ਉਸ ਨੂੰ ਵੀ ਬਰਕਰਾਰ ਨਾ ਰੱਖ ਸਕਣ। ਉਹਨਾਂ ਦੇ ਕੋਲ ਜ਼ਿੰਮੇਦਾਰ ਅਹੁਦੇ ਸਨ ਅਤੇ ਉਹਨਾਂ ਨੇ ਉਹ ਨਹੀਂ ਸੀ ਕੀਤਾ ਜੋ ਕੁਝ ਰਾਜੇ ਨੇ ਚਾਹਿਆ ਸੀ ਕਿ ਉਹ ਕਰਨ, ਅਤੇ ਸੰਭਵ ਸੀ ਕਿ ਉਹ ਆਪਣੇ ਇਖਤਿਆਰ ਨੂੰ ਪੂਰੀ ਤਰ੍ਹਾਂ ਸੰਪੂਰਨ ਤੌਰ ਤੇ ਖੋ ਬੈਠਣ। ਹੇ ਪ੍ਰਭੂ, ਮੈਨੂੰ ਸੱਚਮੁੱਚ ਇਸ ਨੂੰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਤੂੰ ਜਾਣਦਾ ਹੈ ਕਿ ਤੈਨੂੰ ਮੇਰੇ ਇਸ ਜ਼ਿੰਮੇਵਾਰੀ ਦੇ ਸਥਾਨ ਤੇ ਰੱਖਣ ਦੀ ਜ਼ਰੂਰਤ ਹੈ, ਅਤੇ ਜੇਕਰ ਮੈਂ ਇਹ ਨਾ ਕਰਾਂ ਤਦ ਹੋ ਸਕਦਾ ਹੈ ਕਿ ਮੈਂ ਇਹ ਅਹੁਦਾ ਖੋ ਬੈਠਾਂ। ਅਤੇ ਹੇ ਪ੍ਰਭੂ, ਆਪ ਕਿੱਥੇ ਹੋਵੋਗੇ? ਕੀ ਆਪ ਜਾਣਦੇ ਹੋ? ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਇ ਦੀ 19 ਆਇਤ ਤੋਂ ਲੈ ਕੇ 30 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅੱਜ ਅਸੀਂ ਈਸ਼ਵਰੀ ਸੰਭਾਲ ਬਾਰੇ ਜਾਣ ਰਹੇ ਸੀ। ਉਹਨਾਂ ਦੇ ਛੜਾਏ ਜਾਣ ਦੀ ਲਿਖਤ ਦੇ ਅਧੀਨ ਸਭ ਤੋਂ ਪਹਿਲਾਂ ਅਸੀਂ ਰਾਜੇ ਦੇ ਕ੍ਰੋਧ ਬਾਰੇ ਜਾਣਿਆ। ਅਸੀਂ ਜਾਣਿਆ ਕਿ ਬਾਬੁਲ ਦੇ ਵਿੱਚ ਇੱਕ ਹੀ ਚੀਜ਼ ਸੀ ਜੋ ਕਿ ਅੱਗ ਦੀ ਭੱਟੀ ਤੋਂ ਵੱਧ ਤਪ ਰਹੀ ਸੀ, ਅਤੇ ਉਹ ਸੀ ਰਾਜੇ ਦਾ ਗੁੱਸੇ ਨਾਲ ਭਰਿਆ ਹੋਇਆ ਮੂੰਹ। ਸ਼ਦਰਕ, ਮੇਸ਼ਕ, ਓਬੇਦਨਗੋ ਦੇ ਮੂਰਤੀ ਦੇ ਅੱਗੇ ਝੁਕਣ ਤੇ ਸਿਜਦਾ ਨਾ ਕਰਨ ਕਰਕੇ ਰਾਜੇ ਨਬੂਕਦਨੇਸਰ ਦਾ ਮੂੰਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਸੀ। ਅਸੀਂ ਵੇਖਿਆ ਕਿ ਰਾਜੇ ਨੇ ਉਹਨਾਂ ਨੂੰ ਅੱਗ ਦੀ ਬਲਦੀ ਹੋਈ ਭੱਟੀ ਦੇ ਵਿੱਚ ਸੁੱਟ ਦਿੱਤਾ। ਅਸੀਂ ਵੇਖਿਆ ਕਿ ਰਾਜਾ ਇਸ ਗੱਲ ਤੋਂ ਬਹੁਤ ਹੈਰਾਨ ਹੋਇਆ ਕਿ ਅੱਗ ਉਹਨਾਂ ਨੂੰ ਬਿਲਕੁਲ ਵੀ ਸਾੜ ਨਾ ਸਕੀ। ਅੱਜ ਅਸੀਂ ਵੇਖਿਆ ਕਿ ਰਾਜੇ ਨੇ ਇਸ ਸੱਚਾਈ ਨੂੰ ਮੰਨ ਲਿਆ ਕਿ ਸ਼ਦਰਕ, ਮੇਸ਼ਕ ਅਤੇ ਓਬੇਦਨਗੋ ਦਾ ਪਰਮੇਸ਼ਵਰ ਮਹਾਨ ਅਤੇ ਬਹੁਤ ਉੱਚਾ ਹੈ, ਜੋ ਉਹਨਾਂ ਨੂੰ ਹਰ ਮੁਸੀਬਤ ਵਿੱਚੋਂ ਬਾਹਰ ਕੱਢ ਲੈਂਦਾ ਹੈ। ਅਸੀਂ ਰਾਜੇ ਦੇ ਐਲਾਨ ਨੂੰ ਵੇਖਿਆ। ਇਸ ਤੋਂ ਬਾਅਦ ਅਸੀਂ ਉਹਨਾਂ ਕਾਰਨਾਂ ਨੂੰ ਵੇਖਿਆ ਜਿਨ੍ਹਾਂ ਕਰਕੇ ਉਹਨਾਂ ਦਾ ਸੰਪੂਰਨ ਛੁਟਕਾਰਾ ਹੋਇਆ। ਉਹਨਾਂ ਦਾ ਪਰਮੇਸ਼ਵਰ ਦੇ ਵੱਲ ਸੰਪੂਰਨ ਸਮਰਪਣ ਸੀ। ਉਹਨਾਂ ਦਾ ਪਰਮੇਸ਼ਵਰ ਵਿੱਚ ਸੰਪੂਰਨ ਭਰੋਸਾ ਸੀ। ਅਸੀਂ ਵੇਖਿਆ ਕਿ ਉਹਨਾਂ ਦਾ ਪਰਮੇਸ਼ਵਰ ਲਈ ਸੰਪੂਰਨ ਹੌਸਲਾ ਸੀ। ਇਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੀ ਸੰਪੂਰਨ ਚੇਤਨਾ ਦੇ ਬਾਰੇ ਗੌਰ ਕੀਤਾ। ਜਦੋਂ ਅਸੀਂ ਸ਼ਦਰਕ, ਮੇਸ਼ਕ, ਓਬੇਦਨਗੋ ਨੂੰ ਅੱਗ ਦੀ ਭੱਠੀ ਦੇ ਵਿੱਚ ਵੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ ਪ੍ਰਭੂ ਦੇ ਨਾਲ ਇੱਧਰ ਉੱਧਰ ਚੱਲਦੇ ਫਿਰਦੇ ਦਿਖਾਈ ਦਿੰਦੇ ਹਨ। ਉਹ ਪਰਮੇਸ਼ਵਰ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਪਛਾਣਦੇ ਸੀ। ਦੋਸਤੋ, ਸਾਨੂੰ ਵੀ ਪਰਮੇਸ਼ਵਰ ਦੇ ਉੱਤੇ ਇਸੇ ਤਰ੍ਹਾਂ ਦਾ ਭਰੋਸਾ ਰੱਖਣਾ ਚਾਹੀਦਾ ਹੈ। ਪਰਿਸਥਿਤੀ ਭਾਵੇਂ ਕਿਹੋ ਜਿਹੀ ਵੀ ਕਿਉਂ ਨਾ ਹੋਏ, ਪਰਮੇਸ਼ਵਰ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ, ਅੱਜ ਦੇ ਇਸ ਅੱਛੇ ਵਚਨ ਵਾਸਤੇ ਪ੍ਰਭੂ, ਜਿਸ ਦੇ ਦੁਆਰਾ ਤੁਸੀਂ ਪਿਤਾ ਪਰਮੇਸ਼ਵਰ ਸਾਨੂੰ ਸਿਖਾਇਆ ਕਿ ਅਸੀਂ ਅਗਰ ਤੁਹਾਡੇ ਵਿੱਚ ਅੱਛੀ ਪਛਾਣ ਰੱਖਦੇ ਹਾਂ, ਸਾਨੂੰ ਤੁਹਾਡੇ ਉੱਤੇ ਪੂਰਾ ਭਰੋਸਾ ਹੈ ਔਰ ਅਸੀਂ ਪੂਰਾ ਹੌਸਲਾ ਰੱਖਦੇ ਹਾਂ, ਤਾਂ ਪ੍ਰਭੂ ਜੀ ਕੋਈ ਵੀ ਦੁਨੀਆ ਦੀ ਮੁਸੀਬਤ ਸਾਡੇ ਉੱਤੇ ਹਾਵੀ ਨਹੀਂ ਹੋ ਸਕਦੀ। ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਆਪਣੇ ਵਚਨ ਦੇ ਦੁਆਰਾ ਸਿਖਾਇਆ ਕਿ ਭਾਵੇਂ ਪਰਿਸਥਿਤੀ ਕਿਸ ਤਰ੍ਹਾਂ ਦੀ ਵੀ ਕਿਉਂ ਨਾ ਹੋਏ, ਅਸੀਂ ਆਪਣੇ ਪਰਮੇਸ਼ਵਰ ਨੂੰ ਪਹਿਲਾ ਦਰਜਾ ਦੇਣ ਵਾਲੇ ਹੋਈਏ। ਪ੍ਰਭੂ ਪਰਮੇਸ਼ਵਰ, ਸਾਡੇ ਵਿਸ਼ਵਾਸ ਨੂੰ ਦੇਖ ਕੇ ਸਾਨੂੰ ਹਰ ਪ੍ਰਕਾਰ ਦੀ ਮੁਸੀਬਤ ਤੋਂ ਕੱਢਣ ਯੋਗ ਹੈ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਦੋਸਤੋ, ਇਸ ਦੇ ਬਾਕੀ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਤਦ ਤੱਕ ਦੇ ਲਈ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।